पर हर लोभ निंदा कूड़ त्यागो। सच गुर बचनी फल पाहि जियो। जो भावै त्यों राखो हर जियो। जन नानक शब्द सलाही जियो। परम सन्मानयोग परम कृपालु दीनानाथ पतित पावन भगत वचन वालिए कुल आलम रबी ज्ञान दे मुजस्मे रोशनी चिराग ज़ाहरा ज़रूर हाजरा हजूर सर्वे कायनात दे मालिक चवर छतर तख्त दे सतगुरु जलद बबीका शब्द गुरु धन श्री गुरु ग्रंथ साहिब सच्चे पातशाह महाराज जी दी पावन पवित्र हजूरी अंदर सवेर के दीवान विच हाजरी भर रहे गुरमुख प्यारे सतसंगी जनो। आप जी अत धनता दे योग हो जिन्हां ने सवेर के दीवान विच रामकली की वार राय बलवंत तथा सत्य डूम आखी दी विचार श्रवण करने लई हाजरी भरी है। कल के दीवान अंदर आप जी ने सोढ़ी सुल्तान चौथे पातशाह धन गुरु रामदास महाराज जी के मुतलक पौड़ी जी विचार श्रवण कीती सी। धन धन रामदास गुर जिन सिरिया तिन्ह सवारिया पूरी हुई करामात आप सिरजनहारै धारिया। सिखी अतै संगति पार ब्रह्म कर नमस्कारिया। अटल अथा अतोल तू तेरा अंत न पारा वारिया। जिनी तू सेविया भाव कर से तुध पार उतारिया। लाभ लोभ काम क्रोध मोह मार कटे तुध सब परवारिया। धन सु तेरा थान है सत तेरा पैशकारिया। नानक तू लहना तू है गुर अमृत तू विचारिया। गुर डिठा ਤਾਂ ਮਨ ਸਾਧਾਰਿਆ। ਬਾਬਾ ਜੀ ਕਹਿੰਦੇ ਨੇ ਅਖੀਰ ਤੇ ਮੈਂ ਇਹੀ ਆਖਦਾ ਹਾਂ ਕਿ ਸਭ ਤੋਂ ਉੱਤਮ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਜੋ ਨੇ ਉਹ ਗੁਰੂ ਨਾਨਕ ਸਾਹਿਬ ਦੀ ਹੀ ਜੋਤ ਨੇ। ਉਹਨਾਂ ਦਾ ਵਰਗਾ ਹੋਰ ਕੋਈ ਨਹੀਂ। ਆਓ ਇਕਾਗਰਤਾ ਬਖਸ਼ਿਸ਼ ਕਰਦੇ ਹੋਏ ਵਿਚਾਰ ਦੀ ਆਰੰਭਤਾ ਤੋਂ ਪਹਿਲਾਂ ਸਨਿਮਰ ਗੁਰ ਫਤਿਹ ਪ੍ਰਵਾਨ ਕਰੋ ਜੀ। वाहिगुरु जी का खालसा वाहिगुरु जी की फतेह। नानक तू लहना तू है गुर अमृत तू विचारिया। बाबा जी कहते ने मेरे अनुसार तां धन गुरु नानक साहब महाराज जी ने अपनी जोत नूं वख-वख जामियां दे विच शरीरां दे विच टिकाया होया सी। शरीर दी उम्र खत्म होई ਤਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਨੇ ਗੁਰੂ ਅੰਗਦ ਸਾਹਿਬ ਜੀ ਦੇ ਵਿੱਚ ਆਪਣੀ ਜੋਤ ਟਿਕਾ ਦਿੱਤੀ।
ਗੁਰੂ ਅੰਗਦ ਸਾਹਿਬ ਮਹਾਰਾਜ ਜੀ ਦਾ ਸਮਾਂ ਸਮਾਪਤ ਹੋਇਆ ਤੇ ਉਹਨਾਂ ਨੇ ਆਪਣੀ ਅਜ਼ਮਤ, ਆਪਣੇ ਸ਼ਬਦ ਨੂੰ, ਆਪਣੀ ਜੋਤ ਨੂੰ ਧੰਨ ਗੁਰੂ ਅਮਰਦਾਸ ਜੀ ਦੇ ਵਿੱਚ ਸਥਾਪਿਤ ਕਰ ਦਿੱਤਾ। ਧੰਨ ਗੁਰੂ ਅਮਰਦਾਸ ਮਹਾਰਾਜ ਨੇ 95 ਸਾਲ ਦੀ ਉਮਰ ਤੋਂ ਬਾਅਦ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਨੂੰ ਗੁਰਗੱਦੀ ਤੇ ਸੁਭਾਏਮਾਨ ਕਰਕੇ ਅੱਗੇ ਨਮਸਕਾਰ ਕਰ ਦਿੱਤੀ, ਮੱਥਾ ਟੇਕ ਦਿੱਤਾ, ਪਰਿਕਰਮਾ ਕਰਕੇ ਆਪਣਾ ਸਾਰਾ ਕੁਝ ਸੌਂਪ ਦਿੱਤਾ। ਭੱਟ ਸਾਹਿਬ ਜੀ ਕਹਿੰਦੇ ਨੇ, ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਤ ਭਇਓ, ਤਤ ਸਿਉ ਤਤ ਮਿਲਾਇਓ। ਉਹ ਹਰੀ ਹੀ ਆਪ ਖੁਦ ਗੁਰੂ ਨਾਨਕ ਸਾਹਿਬ ਜੀ ਦੇ ਰੂਪ ਦੇ ਵਿੱਚ ਪ੍ਰਗਟ ਹੋਏ ਨੇ। ਜੋਤ ਰੂਪ ਹਰਿ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਭਇਓ। ਉਸੇ ਗੁਰੂ ਨਾਨਕ ਸਾਹਿਬ ਤੋਂ ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਤਤ ਦਾ ਅਰਥ ਹੈ ਅੰਦਰਲਾ ਤਤ ਗਿਆਨ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦਾ ਗਿਆਨ ਜੋਤ ਗੁਰੂ ਅੰਗਦ ਸਾਹਿਬ ਜੀ ਦੇ ਨਾਲ ਮਿਲ ਗਿਆ ਹੈ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਗੁਰੂ ਅੰਗਦ ਸਾਹਿਬ ਜੀ ਨੇ ਕਿਰਪਾ ਧਾਰ ਕੇ ਬਖਸ਼ਿਸ਼ ਕਰਕੇ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਇਸ ਤਰ੍ਹਾਂ ਲੱਗਦਾ ਜਿਵੇਂ ਨਾਮ ਨੂੰ ਜਾਣਦੇ ਹੋਏ ਅਮਰ ਹੀ ਕਰ ਦਿੱਤਾ ਹੈ। ਨਾਮ ਵੀ ਉਹਨਾਂ ਦਾ ਅਮਰਦਾਸ, ਤੇ ਲੱਗਦਾ ਜਿਵੇਂ ਅੰਮ੍ਰਿਤ ਛਤਰ ਦੇ ਦਿੱਤਾ ਹੋਵੇ ਜਿਹੜਾ ਕਦੇ ਖਤਮ ਨਹੀਂ ਹੋਣ ਵਾਲਾ। ਤਾਤੇ ਅੰਗਦ ਭਇਓ, ਤਤ ਸਿਉ ਤਤ ਮਿਲਾਇਓ। ਅੰਗਦ ਕਿਰਪਾ ਧਾਰ, ਅਮਰ ਸਤਿਗੁਰ ਥਿਰ ਕੀਓ। ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮਹਿ ਦੀਓ। ਤੇ ਬਾਬਾ ਜੀ ਇੱਥੇ ਵੀ ਕਹਿੰਦੇ ਨੇ, ਮੇਰੇ ਵਾਸਤੇ ਤਾਂ ਗੁਰੂ ਰਾਮਦਾਸ ਮਹਾਰਾਜ ਵੀ ਪਰਮਾਤਮਾ ਦੀ ਤਰ੍ਹਾਂ ਹੀ ਨੇ, ਭੇਦ ਕੋਈ ਨਹੀਂ ਹੈ। ਗੁਰ ਡਿੱਠਾ ਤਾਂ ਮਨ ਸਾਧਾਰਿਆ, ਜਦੋਂ ਦਾ ਮੈਂ ਗੁਰੂ ਨੂੰ ਵੇਖਿਆ ਹੈ, ਦੀਦਾਰ ਕੀਤਾ ਹੈ, ਮੇਰਾ ਮਨ ਟਿਕ ਗਿਆ ਹੈ। ਅਗਲੀ ਜਿਹੜੀ ਪੌੜੀ ਹੈ, ਉਸ ਪੌੜੀ ਦੇ ਵਿੱਚ ਪਰਮਾਤਮਾ ਦੀ ਵੀ ਉਸਤਤ ਹੈ ਤੇ ਧੰਨ ਗੁਰੂ ਅਰਜਨ ਸਾਹਿਬ ਮਹਾਰਾਜ ਜੀ ਦੀ ਵਡਿਆਈ ਹੈ। ਇਸ ਪੌੜੀ ਦੀ ਆਰੰਭਤਾ ਹੈ, ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਪਹਿਲਾਂ ਇਸਦਾ ਪਾਠ ਸਰਵਣ ਕਰ ਲਵੋ, ਫਿਰ ਉਸ ਤੋਂ ਬਾਅਦ ਵਿਚਾਰ ਕਰਾਂਗੇ। ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਆਪੇ ਨੈ ਆਪ ਸਾਜਿਓ, ਆਪੇ ਥੰਮ ਖਲੋਆ। ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਿਰੋਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਉਗ ਬਣਾਓ ਤੈ ਆਥ ਬਣਾਓ, ਚਉ ਚੱਕੀ ਕੀਨ ਲੋਆ। ਜਿਨੀ ਗੁਰੂ ਨ ਸੇਵਿਓ, ਮਨ ਮੁਖਾਂ ਪਿਆ ਮੋਆ। ਦੂਣੀ ਚੌਣੀ ਕਰਾਮਾਤ, ਸੱਚੇ ਕਾ ਸੱਚਾ ਢੋਆ। ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ। ਇਸ ਵਾਰ ਦੀ ਇਹ ਵਿਸ਼ੇਸ਼ਤਾ ਹੈ ਕਿ ਜਦੋਂ ਇਹ ਪੌੜੀ ਕੋਈ ਆਰੰਭ ਹੁੰਦੀ ਹੈ, ਜਿਹੜੀ ਪਹਿਲੀ ਤੁਕ, ਪਹਿਲੀ ਪੰਕਤੀ ਆਉਂਦੀ ਹੈ, ਉਹੀ ਅਖੀਰ ਦੇ ਵਿੱਚ ਪੰਕਤੀ ਆਉਂਦੀ ਹੈ। ਆਪ ਜੀ ਨੇ ਪਹਿਲੀ ਵਾਰ ਪੌੜੀ ਪੜ੍ਹੀ ਸੀ, ਸੋ ਟਿੱਕਾ ਸੋ ਬਹਿਣਾ, ਸੋਈ ਦੀ ਬਾਣ ਪੀਊ ਦਾਦੇ ਜੇ ਵਿਹਾ ਪੋਤਾ ਪ੍ਰਵਾਨ। ਇਹ ਜਦੋਂ ਇਹ ਪੌੜੀ ਆਰੰਭ ਹੋ ਰਹੀ ਸੀ, ਪੰਕਤੀ ਆਈ ਸੀ, ਤੇ ਜਦੋਂ ਇਹ ਪੌੜੀ ਸਮਾਪਤ ਹੋਈ, ਸੰਪੂਰਨ ਹੋਈ, ਤੇ ਅਖੀਰ ਤੇ ਵੀ ਇਹੀ ਪੰਕਤੀ ਆਈ ਸੀ। ਹੁਣ ਇਹ 8ਵੀਂ ਪੌੜੀ ਆਰੰਭ ਹੋ ਰਹੀ ਹੈ, ਚਾਰੇ ਜਾਗੇ ਚਹੁ ਜੁਗੀ ਪੰਚਾਇਣ ਆਪੇ ਹੋਆ, ਤੇ ਅਖੀਰ ਤੇ ਵੀ ਇਹੀ ਪੰਕਤੀ ਆ ਰਹੀ ਹੈ। ਇਸ ਦੇ ਅਰਥ ਕੀ ਨੇ? ਚਾਰੇ ਜਾਗੇ, ਚਾਰੇ ਦਾ ਅਰਥ ਹੈ ਚਾਰ ਗੁਰੂ ਸਾਹਿਬਾਨ। ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤੋਂ ਲੈ ਕੇ ਗੁਰੂ ਰਾਮਦਾਸ ਮਹਾਰਾਜ ਜੀ ਤੱਕ ਜਾਗੇ। ਜਾਗੇ ਦਾ ਅਰਥ ਇਹ ਨਹੀਂ ਹੈ ਕਿ ਉਹ ਨੀਂਦ ਵਿੱਚ ਸੁੱਤੇ ਨਹੀਂ ਸੀ। ਆਪਾਂ ਵੀ ਅਕਸਰ ਜਾਗਦੇ ਆ। ਕੋਈ ਕਹਿ ਸਕਦਾ ਮੈਂ 14 ਘੰਟੇ ਜਾਗਦਾ, ਕੋਈ ਕਹਿ ਸਕਦਾ ਹੈ ਕਿ ਮੈਂ ਕੇਵਲ 4-5 ਘੰਟੇ ਸੌਣਾ, ਮੇਰਾ ਜਗਰਾਤਾ 19 ਘੰਟਿਆਂ ਦਾ ਹੈ। ਕੋਈ ਕਹਿਣ ਨੂੰ ਤਾਂ ਬਹੁਤ ਕੁਝ ਕਹਿ ਸਕਦਾ ਹੈ ਕਿ ਮੈਂ ਸੌਂਦਾ ਬਹੁਤ ਘੱਟ ਹਾਂ, ਪਰ ਇੱਥੇ ਕਿਹੜੇ ਜਾਗਣ ਦੀ ਗੱਲ ਕੀਤੀ ਜਾ ਰਹੀ ਹੈ? ਇੱਥੇ ਗੱਲ ਕੀਤੀ ਜਾ ਰਹੀ ਹੈ ਕਿ ਚਾਰ ਗੁਰੂ ਸਾਹਿਬਾਨ ਕਦੇ ਮਾਇਆ ਦੇ ਵਿੱਚ ਖਚਿਤ ਨਹੀਂ ਸੀ ਹੋਏ, ਮਾਇਆ ਤੋਂ ਜਾਗੇ ਹੋਏ ਸੀ। ਉਹ ਗਾਫਲਤਾ ਦੀ ਨੀਂਦ ਤੋਂ ਜਾਗੇ ਹੋਏ ਸਨ।
जिस नूं बाबा कबीर साहब जी कई बार अपने शब्द विच कहंदे ने, दुनिया हुशियार बेदार जागत मुसीबत हों रे भाई। कहंदे ने, हे दुनिया दे लोको, हे संसार दे लोको, जागदे रहो, गाफलता दी नींद दे विच सोवो ना। जिवें तुसीं घर दे विच सुत्ते हुंदे हो ते इह वी ख्याल रखदे हो कि घर दे विच कोई चोर ना आ जावे। बाबा जी कहंदे घर दा ध्यान रख लिया, अपनी जायदाद दा कीमती समान दा ध्यान रख लिया, पर शरीर दे अंदर दा ध्यान कौन रखेगा? मन दा ख्याल कौन रखेगा? मन नूं भी तां लुटदे पए ने। कौन? इस देही में पंच चोर वसै, काम क्रोध लोभ मोह अहंकारा, अमृत लुटै, मन मुख ने बूझै। महाराज जी कहते तेरे अंदर इतना कीमती अमृत है ते उस अमृत नूं ये विकार लुटी जा रहे ने, पर तू गाफलता दी नींद में सुता होया। दुनिया होशियार बेदार, बेदार दा अर्थ है जागदे रहो। दुनिया होशियार बेदार जागत मुसीबत हों रे भाई। मुसीबत दा अर्थ है ठगे जा रहे, ते ठगना उसनूं आख्या जाता है जिसनूं मूँह ते ठगिया जाए। पता भी होवे पर फिर भी अज्ञानता दे विच अनजान पुणे दे विच ठगे जा रहे। दुनिया होशियार बेदार जागत मुसीबत हों रे भाई। ते बाबा कबीर साहब जी कहते हैं, जदों गाफलता की नींद आउंदी है तो उदों इस तरह लगता है जिवें कि निम का दरख्त, निम का रुख भी अंब बन गया होवे। नीम पायो आम, आम पायो नींबा, केला पाका झार, ते जिहड़ा पक्का होया केला है इवें जापदा जिवें सिंबल रुख दे उपर उगया होवे। बस सिंबल रुख दे उपर तां कुछ लगदा ही नहीं, ना उहदे फल स्वादमई हुंदे ने, स्वादिष्ट हुंदे ने, रसदायक हुंदे ने। ते बाबा कबीर साहब जी कहंदे तेरा हाल इस तरह ही है। तैनूं लगदा नीम पायो आम, आम पायो नींबा, केला पाका झार, नालीए फल सेबर पाका, मूर्ख मुग्ध गवार। ते इत्थे बाबा जी कहंदे चारे जागे, चारे गुरु साहबान अपने अपने समय ते जागे हुए सी। वो माया की नींद में सुते हुए नहीं सी, वो तो सगों दूजियां नूं भी कहंदे सन, जाग ले हो रे मना, जाग ले हो। कहाँ गाफल सोया, जो तन उपजया संग ही सो तन संग ना होया। महाराज तां इत्थों तक कहंदे ने, मनुखा तू बड़ा भरोसा कर लैंदा है, माया दे मोह दे विच खचित हो के यकीन कर लैंदा है कि परिवार दे मैंबर, पुत्र धीआं पत्नी रिश्तेदार मेरा साथ निभाउणगे। पर वो तां बड़ी दूर दी गल ने। रिश्तेदारां नूं आंढ गुआंढ नूं तां तूं कदे कदे मिलदा है, दिन दे विच हो सकदा है एक बार दो बार मिलदा होवे, जां कई दिनां बाद कई महीनिਆਂ बाद मिलदा होवे, पर शरीर दे नाल तेरा वाह तां हर रोज़ पैंदा है। तू शरीर दे विच ही वस रिहा। इस शरीर दा जिहड़ा तेरे सदा नाल ही रहिंदा है, इस शरीर ने एक दिन तेनू छड्ड जाना है। वेख लवी तेरा परछावां भी तेनू साथ छड्ड जावेगा। हजूर कहंदे ने, इस करके जाग लियो रे मना, जाग लियो। कहाँ गाफल सोया, जो तन उपजया संग ही सो भी संग ना होया। ते महाराज कई बार कहंदे ने, जागो जागो सूते हो, चलिया वणजारा। जिहड़ा व्यापारी तेरे नाल दुनिया दे उत्ते आया होया सी, वो व्यापार करके चला गया। भावें उसने व्यापार घाटे का कीता होवे, भावें लाभ का कीता होवे, पर तू वेख ला वो जा रहा है। ते जांदे होए नूं वेख के कोई ना कोई सिक्ख्या ते लै, पर सिक्ख्या तू लै ही नहीं रहा। ते इत्थे बाबा जी कहंदे चारे जागे, चारे गुरु साहबान जागे हुए सी। माया दे विच वो गलतान नहीं सी। चौं जुगी, चौं जुगी का अर्थ आपां सतयुग, त्रेता, दुआपुर ते कलयुग नहीं करांगे। चौं जुगी का अर्थ है, जुगी का अर्थ वैसे समा है, चार समयां दे विच। किहड़े चार समय? धन गुरु नानक साहब महाराज जी का अपना टाइम है।
अपना वक्त है। गुरगद्दी का उन्होंने समा है। धन गुरु अंगद साहब महाराज का ही वक्त है। धन गुरु अमरदास महाराज का भी अपना एक काल है, समा है। धन गुरु रामदास महाराज का भी समा सी, टाइम सी। अपने अपने समय जदों शरीर दे विच रहे, अपनी हयाती दे विच रहे, वो माया दे विच खचित नहीं होए, गलतान नहीं होए। सगों धन गुरु अमरदास महाराज जी वर्गे तां ये कहिंदे ने, ए माया जित हर विसरै, मोह उपजै भाव दूजा लाया। लोग कहते ने केवल एक वक्री चीज़ का नाम माया है, पर गुरु अमरदास कहते ने वक्री कोई माया नहीं। जिस करके तुहानू परमात्मा भुल गया, वो चीज़ ही माया। भावें तुहाडा अपनी शरीर ही क्यों ना होवे, सुंदरता ही क्यों ना होवे, अपना धन ही क्यों ना होवे, अपना अहुदा ही क्यों ना होवे, अपनी वडियाई ही क्यों ना होवे, महाराज जी कहते ने हर एक चीज़ जो दुनिया की माया है, जिस करके वो सतगुरु भुल जाता है, वाहिगुरु चेते भुल जावे। ये माया जित हर विसरै, मोह उपजै भाव दूजा लाया। ते महाराज जी कहते ने चारे जागे चहों झुकी। चार गुरु साहबान अपने अपने समय जागे हुए सी। पंचायन आपे हुआ, क्यों जागे हुए सी? पंचायन का अर्थ वख वख विद्वानां ने, टीकाकारां ने वखरा वखरा किया। पंचायन शब्द दो शब्दों के सुमेल तो बनिया। एक शब्द है पंच, पंच का अर्थ है पंज, ते दूजा शब्द है अयन। अयन का अर्थ होंदा है घर, स्थान, टिकाणा, निवास। जिहड़ा पंजां तत्तां दा घर है, किहड़ा पंजां तत्तां दा घर है? ये शरीर। ये शरीर हवा तो, पानी तो, अग्नि तो, आकाश तो, मिट्टी तो तैयार होता है। ते इस पंजां तत्तां दे घर दे विच वो परमात्मा वसदा है। ते बाबा जी कहते ने पंचायन आपे हुआ। इस शरीर दे विच वो परमात्मा आप खुद ही स्थापित सी, आप ही टिकिया होया सी। ते कई विद्वानां ने इसका अर्थ किया है, जिहड़ा अर्थ आप जी दे नाल साझा किया है। ये व्याकरण के महान विद्वान पंडित प्रोफैसर साहब सिंह होरां ने किया है, पर कईयां ने भाई वीर सिंह होरां ने इसका अर्थ किया है पंचायन आपे हुआ, कि हे गुरु नानक साहब जी आप दा ही रूप गुरु अर्जन साहब महाराज जी पंजवें रूप दे विच अवतार धारण करके प्रगट होए ने। पंचायन आपे हुआ, आपी ने आप साजियोन, आपे ही थम खलोआ। अखरी अर्थ पहला ध्यान दे नाल तवज्जो दे के सरवण करियो। इसनूं आपां आपी नै नहीं पढ़ना, इकट्ठा पढ़ांगे आपी नै। उस परमात्मा ने आप ही आप साजियोन, अपने आप नूं पैदा किया, प्रगट किया, साजिया है। आपे ही थम खलोआ, ते आप ही उस परमात्मा ने थम दा अर्थ है आधार, आसरा, खलोआ दा अर्थ है खलार दिता है, टिका दिता है। केड़ा आधार? परमात्मा ने गुरु नूं थम बना दिता, आसरा ते आधार बना दिता। उस गुरु दा करके ये धरती टिकी हुई है। आप इस पंक्ति की विचार करने का यत्न करिए। गुरबाणी दे विच महाराज जी कई बार परमात्मा के प्रगट होने के बारे जिक्र करते हैं। किहड़ा दुनिया दे विच इस तरह का पैदा करने वाला होवेगा, रचन वाला होवेगा, मूर्ति घड़न वाला होवेगा, चित्रकार होवेगा, जिहड़ा कि सुंदर मूर्तियां नूं भी बनाउंदा होवे, चित्रां नूं भी बनाउंदा होवे, तस्वीरां नूं भी बनाउंदा होवे, ते खुद अपने आप नूं भी पैदा करने वाला होवे। भावें मिथ ही है, झूठ ही है, एक रवायत ही है, कहानी ही है कि ब्रह्मा दुनिया नूं पैदा करदा है, पर की उस बारे कोई जिक्र आउंदा है कि ब्रह्मा ने अपने आप नूं पैदा किया? नहीं। महाराज जी कहते ने परमात्मा ही सब नूं पैदा करने वाला है। वो परमात्मा एक ओंकार है, एक है, ब्रह्म स्वरूप है, सर्वव्यापक है, उस वर्गा होर कोई नहीं। वो सैभंग है, अपने आप तो प्रकाशमान है।
ਆਪਾਂ ਧੰਨ ਗੁਰੂ ਨਾਨਕ ਸਾਹਿਬ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਸ੍ਰਿਸ਼ਟੀ ਰਚਨਾ ਦਾ ਜਦੋਂ ਆਪਾਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਵਿੱਚ ਵਿਸ਼ਾ ਪੜ੍ਹਦੇ ਹਾਂ, ਸਬਜੈਕਟ ਪੜ੍ਹਦੇ ਹਾਂ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਲੋਕ ਇਸ ਵਿਸ਼ੇ ਦੇ ਉੱਪਰ ਇਕੱਠੇ ਹੋ ਕੇ ਚਰਚਾ ਕਰਦੇ ਨੇ, ਵਿਚਾਰ ਗੋਸ਼ਟੀਆਂ ਕਰਦੇ ਨੇ, ਆਪਣੇ ਆਪਣੇ ਮਤ ਦੇ ਅਨੁਸਾਰ ਜਵਾਬ ਦਿੰਦੇ ਨੇ, ਉੱਤਰ ਦਿੰਦੇ ਨੇ। ਕੋਈ ਕਹਿੰਦਾ 5000 ਸਾਲ ਹੋ ਗਏ ਨੇ ਸ੍ਰਿਸ਼ਟੀ ਰਚਨਾ ਨੂੰ, ਕੋਈ ਕਹਿੰਦਾ ਤੈਨੂੰ ਨਹੀਂ ਪਤਾ, ਝੂਠ ਬੋਲਦਾ ਹੈ। ਸ੍ਰਿਸ਼ਟੀ ਰਚਨਾ ਨੂੰ 50,000 ਸਾਲ ਹੋ ਗਏ ਨੇ, ਕੋਈ ਉਸ ਨਾਲੋਂ ਵੀ ਅੱਗੇ ਚਲਿਆ ਜਾਂਦਾ ਪਿੱਛੇ, ਕਹਿੰਦਾ 50,000 ਸਾਲ ਨਹੀਂ 1 ਲੱਖ ਸਾਲ ਹੋ ਗਿਆ। ਸ੍ਰਿਸ਼ਟੀ ਤਾਂ ਬਹੁਤ ਪੁਰਾਣੀ ਰਚੀ ਹੋਈ ਹੈ। ਉਹ ਕਹਿੰਦਾ ਝੂਠ ਬੋਲਦਾ, ਤੈਨੂੰ ਕਿੱਥੇ ਪਤਾ ਹੈ? ਇਹ ਹਵਾ, ਇਹ ਅਗਨੀ, ਇਹ ਪਾਣੀ ਤਾਂ 1 ਲੱਖ ਸਾਲ ਤੋਂ ਵੀ ਪੁਰਾਣੀ ਹੈ, ਬੜੇ ਲੰਬੇ ਸਮਿਆਂ ਦੀ ਚੱਲ ਰਹੀ ਹੈ। ਤੇ ਜਿਨ੍ਹਾਂ ਨੇ ਬਹੁਤ ਸਮੇਂ ਦੀ ਗੱਲ ਕੀਤੀ ਉਹਨਾਂ ਨੇ 4 ਯੁੱਗ ਬਣਾ ਦਿੱਤੇ। ਕਹਿਣ ਲੱਗੇ ਕਲਯੁੱਗ ਕੇਵਲ 32 ਲੱਖ ਸਾਲ ਦਾ ਹੈ। ਇਸ ਤੋਂ ਪਿੱਛੇ ਚਲੇ ਜਾਈਏ ਤੇ ਕਹਿਣ ਲੱਗੇ ਜਿਹੜਾ ਦੁਆਪਰ ਯੁੱਗ ਹੈ ਇਹ ਕਲਯੁੱਗ ਦੇ ਨਾਲੋਂ ਵੱਡਾ ਹੈ, ਦ੍ਰੇਤਾ ਵੱਡਾ ਹੈ, ਸਤਯੁੱਗ ਸਾਰਿਆਂ ਤੋਂ ਵੱਡਾ ਹੈ। ਤੇ ਕਹਿਣ ਲੱਗੇ ਇਸ ਦਾ ਮਤਲਬ ਇਹ ਹੈ ਇਹਨਾਂ ਯੁੱਗਾਂ ਤੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਹੋਈ ਹੈ, ਕਰੋੜਾਂ ਸਾਲ ਹੋ ਗਏ ਨੇ। ਪਰ ਧੰਨ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਮੈਨੂੰ ਇਹ ਨਹੀਂ ਪਤਾ ਕਿ 1000 ਸਾਲ ਹੋਏ ਨੇ, ਲੱਖ ਸਾਲ ਹੋਏ ਨੇ ਜਾਂ ਕਰੋੜ ਸਾਲ ਹੋਏ ਨੇ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਤਾਂ ਕਹਿੰਦੇ ਨੇ ਭਾਵੇਂ ਤੁਸੀਂ ਅਰਬਾਂ ਸਾਲ ਪਿੱਛੇ ਚਲੇ ਜਾਓ, ਅਰਬਦ ਨਰਬਦ, ਮੈਂ ਅਰਬਾਂ ਦੀ ਵੀ ਗੱਲ ਨਹੀਂ ਕਰਦਾ, ਪਹਿਲਾਂ ਹੀ ਸ਼ਬਦ ਕਹਿ ਦਿੱਤਾ ਅਰਬਾਂ ਸਾਲ। ਪਰ ਕਹਿੰਦੇ ਨੇ ਕਿ ਕੋਈ ਜਗਿਆਸੂ ਇਹ ਨਾ ਸੋਚ ਲਵੇ ਜਿਵੇਂ ਦੂਜਿਆਂ ਨੇ ਗਿਣਤੀ ਦੀ ਗੱਲ ਕੀਤੀ ਸੀ, 1000 ਸਾਲ ਹੋਏ ਨੇ, ਲੱਖ ਸਾਲ ਹੋਏ ਨੇ, ਕਰੋੜ ਸਾਲ ਹੋਏ ਨੇ। ਇਸੇ ਤਰ੍ਹਾਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਗਿਣਤੀ ਦੱਸ ਰਹੇ ਨੇ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਮੈਂ ਗਿਣਤੀ ਨਹੀਂ ਦੱਸ ਰਿਹਾ, ਬਿਆਨ ਨਹੀਂ ਕਰ ਰਿਹਾ, ਕੇਵਲ ਸਮਝਾ ਰਿਹਾ ਅਰਬਦ, ਭਾਵੇਂ ਤੁਸੀਂ ਅਰਬਾਂ ਸਾਲ ਪਿੱਛੇ ਚਲੇ ਜਾਓ। ਫਿਰ ਕਹਿ ਦਿੱਤਾ ਨਰਬਦ, ਨੰਨਾ ਸ਼ਬਦ ਦੱਸਦਾ ਹੈ ਕਿ ਅਰਬਾਂ ਸਾਲ ਤੋਂ ਵੀ ਪਹਿਲਾਂ ਜੋ ਗਿਣਤੀ ਦੇ ਵਿੱਚ ਵੀ ਨਾ ਆਵੇ। ਅਰਬਦ ਨਰਬਦ ਧੁੰਦੂਕਾਰਾ, ਧੁੰਦੂਕਾਰਾ ਦਾ ਅਰਥ ਹੈ ਜਦੋਂ ਪਹਿਲਾਂ ਧੁੰਦ ਹੀ ਧੁੰਦ ਸੀ, ਜਦੋਂ ਕੁਛ ਵੀ ਨਹੀਂ ਸੀ, ਨਾ ਇਹ ਜੀਵ ਸੀ, ਨਾ ਇਹ ਪਸ਼ੂ ਸੀ, ਨਾ ਕੋਈ ਪੰਛੀ ਸੀ, ਨਾ ਹਵਾ ਸੀ, ਨਾ ਪਾਣੀ ਸੀ, ਨਾ ਅਗਨੀ ਸੀ, ਨਾ ਇਹ ਧਰਤੀ ਨਹੀਂ ਸੀ। ਨਾ ਇਸ ਧਰਤੀ ਦੇ ਉੱਤੇ ਦਿਨ ਹੁੰਦਾ ਸੀ, ਨਾ ਰਾਤ ਹੁੰਦੀ ਸੀ, ਨਾ ਇਹ ਧਰਤੀ ਘੁੰਮਦੀ ਸੀ। ਉਸ ਸਮੇਂ ਸੂਰਜ ਵੀ ਨਹੀਂ ਸੀ, ਉਸ ਸਮੇਂ ਚੰਦਰਮਾ ਵੀ ਨਹੀਂ ਸੀ, ਨਾ ਕਿਸੇ ਦਾ ਜਨਮ ਹੁੰਦਾ ਸੀ, ਨਾ ਕੋਈ ਮਰਦਾ ਸੀ। ਸਮੇਂ ਦੀ ਹੋਂਦ ਵੀ ਉਸ ਸਮੇਂ ਨਹੀਂ ਸੀ। ਜੇ ਸ੍ਰਿਸ਼ਟੀ ਹੈ ਤਾਂ ਹੀ ਤੇ ਸਮਾਂ ਟਾਈਮ ਹੈ, ਜੇ ਸ੍ਰਿਸ਼ਟੀ ਨਹੀਂ ਹੈ ਤੇ ਟਾਈਮ ਕਿੱਥੋਂ ਹੋਵੇਗਾ, ਕਾਲ ਕਿੱਥੋਂ ਹੋਵੇਗਾ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਕੇਵਲ ਧੁੰਦੂਕਾਰ ਸੀ, ਧੁੰਦ ਹੀ ਧੁੰਦ ਸੀ, ਪਰ ਉਹ ਧੁੰਦ ਕਾਲੀ ਨਹੀਂ ਸੀ, ਹਨੇਰਾ ਨਹੀਂ ਸੀ। ਜਿਵੇਂ ਆਪਾਂ ਹਨੇਰਾ 2 ਤਰ੍ਹਾਂ ਦਾ ਆਖਦੇ ਹਾਂ, ਇੱਕ ਹਨੇਰਾ ਚਿੱਟਾ, ਇੱਕ ਹਨੇਰਾ ਕਾਲਾ ਹੈ। ਭਾਈ ਗੁਰਦਾਸ ਜੀ ਨੇ ਇਹ ਵੀ ਜ਼ਿਕਰ ਵੀ ਕੀਤਾ ਹੈ, ਸਤਿਗੁਰ ਨਾਨਕ ਪ੍ਰਗਟਿਆ ਮਿੱਟੀ ਧੁੰਦ ਜਗ ਚਾਨਣ ਹੋਆ। ਜਿਹੜੀ ਉਹ ਧੁੰਦ ਦੀ ਗੱਲ ਆਈ ਹੈ ਉਹ ਧੁੰਦ ਚਿੱਟੇ ਰੰਗ ਦੀ ਹੈ, ਤੇ ਧੁੰਦ ਆਪਾਂ ਆਮ ਤੌਰ ਤੇ ਚਿੱਟੇ ਰੰਗ ਵਾਲੀ ਨੂੰ ਹੀ ਆਖਦੇ ਹਾਂ। ਪਰ ਇੱਥੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਅਰਬਦ ਨਰਬਦ ਧੁੰਦੂਕਾਰਾ। ਅਰਬਾਂ ਖਰਬਾਂ ਸਾਲ ਪਹਿਲਾਂ ਜਦੋਂ ਇਹ ਸ੍ਰਿਸ਼ਟੀ ਦੇ ਅੰਦਰ ਧੁੰਦੂਕਾਰ ਹੀ ਧੁੰਦੂਕਾਰ ਸੀ। ਧਰਨ ਨਾ ਗਗਨਾ ਹੁਕਮ ਅਪਾਰਾ, ਧਰਨ ਦਾ ਅਰਥ ਹੈ ਧਰਤੀ, ਗਗਨ ਦਾ ਅਰਥ ਹੈ ਆਕਾਸ਼। ਜਦੋਂ ਇਹ ਆਕਾਸ਼ ਵੀ ਨਹੀਂ ਸੀ, ਬੜੀ ਅਚਰਜ ਹੈਰਾਨੀਜਨਕ ਗੱਲ ਹੈ। ਜਿਹੜੀ ਇਹ ਸਪੇਸ ਆਪਾਂ ਵੇਖ ਰਹੇ ਹਾਂ, ਪੁਲਾੜ ਵੇਖ ਰਹੇ ਹਾਂ, ਆਪਾਂ ਸੋਚਦੇ ਹਾਂ ਕਿ ਪੁਲਾੜ ਨੂੰ, ਸਪੇਸ ਨੂੰ ਬਣਾਉਣ ਵਾਲਾ ਕੌਣ ਹੋਵੇਗਾ। ਪਰ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਇਸ ਤਰ੍ਹਾਂ ਦਾ ਟਾਈਮ ਵੀ ਸੀ, ਇਸ ਤਰ੍ਹਾਂ ਦਾ ਸਮਾਂ ਵੀ ਸੀ ਜਦੋਂ ਇਹ ਸਪੇਸ ਵੀ ਨਹੀਂ ਸੀ, ਪੁਲਾੜ ਵੀ ਨਹੀਂ ਸੀ। ਤਰਨ ਨਾ ਗਗਨਾ ਹੁਕਮ ਅਪਾਰਾ, ਪਰ ਉਸ ਅਕਾਲ ਪੁਰਖ ਦਾ ਹੁਕਮ ਉਸ ਸਮੇਂ ਵੀ ਚੱਲ ਰਿਹਾ ਸੀ। ਪਰਮਾਤਮਾ ਦੀ ਹਕੂਮਤ, ਪਰਮਾਤਮਾ ਦੀ ਬਾਦਸ਼ਾਹੀ, ਪਰਮਾਤਮਾ ਦਾ ਰਾਜ ਉਸ ਸਮੇਂ ਵੀ ਸਥਾਪਿਤ ਸੀ।
ਧਰਨ ਨਾ ਗਗਨਾ ਹੁਕਮ ਅਪਾਰਾ, ਨਾ ਦਿਨ ਰੈਣ ਨਾ ਚੰਦ ਨਾ ਸੂਰਜ, ਸੁਨ ਸਮਾਧ ਲਗਾਏਂਦਾ, ਖਾਣੀ ਨਾ ਬਾਣੀ ਪਾਉਣ ਨਾ ਪਾਣੀ, ਓਪਤ ਖਪਤ ਨਾ ਆਵਣ ਜਾਣੀ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਉਸ ਅਕਾਲ ਪੁਰਖ ਨੇ, ਵਾਹਿਗੁਰੂ ਨੇ ਆਪਣੇ ਆਪ ਦੇ ਵਿੱਚ ਹੀ ਸਮਾਧੀ ਲਾਈ ਹੋਈ ਸੀ। ਉਹ ਪਰਮਾਤਮਾ ਆਪਣੇ ਆਪ ਦੇ ਵਿੱਚ ਹੀ ਟਿਕਿਆ ਹੋਇਆ ਸੀ। ਤੇ ਫਿਰ ਉਸ ਤੋਂ ਬਾਅਦ ਜਦੋਂ ਉਸ ਅਕਾਲ ਪੁਰਖ ਦੇ ਅੰਦਰ ਆਪਣੇ ਆਪ ਹੀ ਫੁਰਨਾ ਪੈਦਾ ਹੋਇਆ, ਕਿਸੇ ਨੇ ਹਿਲਾ ਕੇ ਨਹੀਂ ਆਖਿਆ, ਕਿਸੇ ਨੇ ਜਗਾ ਕੇ ਨਹੀਂ ਆਖਿਆ ਕਿ ਬੜਾ ਟਾਈਮ ਹੋ ਗਿਆ, ਵਕਤ ਹੋ ਗਿਆ, ਜਾਗ ਜਾਵੋ, ਸ੍ਰਿਸ਼ਟੀ ਦੀ ਰਚਨਾ ਕਰਨੀ ਹੈ। ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਆਪਣੇ ਅੰਦਰ ਹੀ ਖਿਆਲ ਫੁਰਨਾ ਪੈਦਾ ਹੋਇਆ ਕਿ ਸ੍ਰਿਸ਼ਟੀ ਦੀ ਰਚਨਾ ਕਰੀਏ। ਤੇ ਫਿਰ ਸ੍ਰਿਸ਼ਟੀ ਦੀ ਰਚਨਾ ਹੋਈ, ਸਾਚੇ ਤੇ ਪਵਨਾ ਭਇਆ। ਉਸ ਸੱਚੇ ਵਾਹਿਗੁਰੂ ਤੋਂ ਸਭ ਤੋਂ ਪਹਿਲਾਂ ਪਵਨ ਪੈਦਾ ਹੋਈ। ਪਵਨ ਦਾ ਅਰਥ ਹੈ ਹਵਾ, ਗੈਸ। ਸਾਚੇ ਤੇ ਪਵਨਾ ਭਇਆ, ਪਵਨ ਤੇ ਜਲ ਹੋਏ। ਇਸ ਪਵਨ ਤੋਂ, ਹਵਾ ਦੇ ਸੁਮੇਲ ਤੋਂ ਜਲ ਪੈਦਾ ਹੋ ਗਿਆ। ਇਹ ਤੇ ਆਪ ਜੀ ਪੜ੍ਹਦੇ ਹੀ ਹੋ, ਜਿਨ੍ਹਾਂ ਨੂੰ ਸਾਇੰਸ ਬਾਰੇ ਥੋੜ੍ਹੀ ਬਹੁਤ ਨੌਲੇਜ ਹੈ, ਗਿਆਨ ਹੈ, ਪਾਣੀ ਕਿਸ ਢੰਗ ਦੇ ਨਾਲ ਬਣਦਾ ਹੈ। ਤੇ ਸਾਇੰਸਦਾਨ ਇਸ ਦਾ ਫਾਰਮੂਲਾ ਸਾਨੂੰ ਦੱਸਦੇ ਨੇ ਕਿ ਹਾਈਡਰੋਜਨ ਤੇ ਆਕਸੀਜਨ ਦੇ ਸੁਮੇਲ ਤੋਂ ਇਹ ਪਾਣੀ ਬਣਦਾ ਹੈ। ਉਸ ਦਾ ਫਾਰਮੂਲਾ ਬਿਆਨ ਕਰਦੇ ਨੇ H2O। H ਦਾ ਅਰਥ ਹੈ ਹਾਈਡਰੋਜਨ, O ਦਾ ਅਰਥ ਹੈ ਆਕਸੀਜਨ। ਇਹਨਾਂ ਦੋ ਗੈਸਾਂ ਦੇ ਸੁਮੇਲ ਤੋਂ, ਹਵਾਵਾਂ ਦੇ ਸੁਮੇਲ ਤੋਂ ਇਹ ਪਾਣੀ ਬਣਦਾ ਹੈ। ਤੇ ਗੁਰੂ ਨਾਨਕ ਸਾਹਿਬ ਜੀ ਕਹਿੰਦੇ ਨੇ ਸੱਚ ਇਹ ਹੈ, ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਤ੍ਰਿਭਵਨ ਦਾ ਅਰਥ ਹੈ ਤਿੰਨ ਲੋਕ। ਇਹ ਧਰਤੀ ਦੇ ਉੱਪਰ ਜੋ ਲੋਕ ਨੇ, ਜਿੰਨੇ ਵੀ ਗ੍ਰਹਿ ਨੇ, ਉਹ ਸਾਰੇ ਹੀ ਵੱਖਰੇ ਲੋਕ ਦੇ ਵਿੱਚ ਆਉਂਦੇ ਨੇ। ਜੋ ਧਰਤੀ ਤੋਂ ਥੱਲੇ ਲੋਕ ਨੇ ਉਹ ਇੱਕ ਵੱਖਰੇ ਲੋਕ ਦੇ ਵਿੱਚ ਆਉਂਦੇ ਨੇ। ਭਾਵ ਤਿੰਨ ਲੋਕ ਹੋ ਗਏ, ਉੱਪਰ, ਥੱਲੇ ਤੇ ਧਰਤੀ। ਸਾਚੇ ਤੇ ਪਵਨਾ ਭਇਆ, ਪਵਨਾ ਤੇ ਜਲ ਹੋਏ, ਜਲ ਤੇ ਤ੍ਰਿਭਵਨ ਸਾਜਿਆ। ਪਰਮਾਤਮਾ ਨੇ ਜਲ ਤੋਂ ਹੀ ਤਿੰਨਾਂ ਭਵਨਾਂ ਦੀ ਸਿਰਜਣਾ ਕਰ ਦਿੱਤੀ। ਹੌਲੀ ਹੌਲੀ ਪਾਣੀ ਦੇ ਵਿੱਚ ਜਨਮ ਹੋ ਗਿਆ, ਜੀਵਾਂ ਦਾ ਛੋਟੇ ਛੋਟੇ ਸੂਖਸ਼ਮ ਜੀਵ ਪੈਦਾ ਹੋ ਗਏ। ਛੋਟੇ ਛੋਟੇ ਜੀਵਾਂ ਤੋਂ ਬਾਅਦ ਹੌਲੀ ਹੌਲੀ ਫਿਰ ਵੱਡੇ ਜੀਵ ਪੈਦਾ ਹੋ ਗਏ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਇਸ ਤਰ੍ਹਾਂ ਪਸ਼ੂ ਪੰਛੀ, ਇਹ ਜਾਨਵਰ ਸਭ ਕੁਝ ਹੋਂਦ ਦੇ ਵਿੱਚ ਆ ਗਏ। ਜਲ ਦੇ ਤ੍ਰਿਭਵਨ ਸਾਜਿਆ, ਘਟ ਘਟ ਜੋਤ ਸਮੋਏ। ਪਰ ਇੱਥੇ ਵਿਚਾਰ ਚੱਲ ਰਹੀ ਹੈ, ਆਪੀ ਨੇ ਆਪ ਸਾਜਿਓਨ। ਉਸ ਪਰਮਾਤਮਾ ਨੇ ਆਪਣੇ ਆਪ ਨੂੰ ਖੁਦ ਹੀ ਪੈਦਾ ਕੀਤਾ ਹੈ। ਤੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਆਸਾ ਕੀ ਵਾਰ ਦੀ ਬਾਣੀ ਦੇ ਅੰਦਰ ਵੀ ਇਹੀ ਪੌੜੀ ਨੂੰ ਦਰਜ ਕਰਦੇ ਨੇ। ਸਮਝ ਲਓ ਇਹ ਵਿਚਾਰਧਾਰਾ ਹੈ ਕਿ ਆਪੀ ਨੇ ਆਪ ਸਾਜਿਓ, ਆਪੇ ਹੀ ਰਚਿਓ, ਆਪੀ ਨੇ ਆਪ ਸਾਜਿਓ, ਆਪੇ ਹੀ ਰਚਿਓ ਨਾਉ। ਕਿ ਉਸ ਪਰਮਾਤਮਾ ਨੇ ਆਪਣੇ ਨਾਮ ਨੂੰ, ਆਪਣੀ ਹੋਂਦ ਨੂੰ ਵੀ ਆਪ ਹੀ ਪੈਦਾ ਕੀਤਾ ਹੈ। ਆਪੇ ਹੀ ਥੰਮ ਖਲੋਆ। ਤੇ ਆਪ ਹੀ ਉਸ ਪਰਮਾਤਮਾ ਨੇ ਆਧਾਰ, ਇੱਕ ਆਸਰਾ ਗੁਰੂ ਦੇ ਰੂਪ ਦੇ ਵਿੱਚ ਪੈਦਾ ਕਰ ਦਿੱਤਾ ਹੈ। ਜਦੋਂ ਆਸਰੇ ਦੀ, ਆਧਾਰ ਦੀ ਗੱਲ ਚੱਲਦੀ ਹੈ ਤੇ ਕਈ ਵਿਚਾਰਧਾਰਾਵਾਂ ਸਾਡੇ ਸਨਮੁਖ ਆ ਜਾਂਦੀਆਂ ਨੇ। ਵੱਖ ਵੱਖ ਧਰਮ ਆ ਕੇ ਗੱਲਾਂ ਕਰਦੇ ਨੇ, ਵਿਚਾਰ ਦਿੰਦੇ ਨੇ ਕਿ ਧਰਤੀ ਦਾ ਆਸਰਾ ਕੀ ਹੈ। ਗੁਰੂ ਨਾਨਕ ਸਾਹਿਬ ਮਹਾਰਾਜ ਜਦੋਂ ਉਦਾਸੀਆਂ ਤੇ ਗਏ, ਯਾਤਰਾਵਾਂ ਤੇ ਗਏ, ਤੇ ਗੁਰੂ ਨਾਨਕ ਸਾਹਿਬ ਮਹਾਰਾਜ ਨੂੰ ਲੋਕ ਆ ਕੇ ਕਹਿੰਦੇ ਨੇ ਤੁਸੀਂ ਗਲਤ ਕਹਿ ਰਹੇ ਹੋ। ਧਰਤੀ ਦਾ ਆਸਰਾ ਇੱਕ ਬਲਦ ਹੈ। ਇੱਕ ਆਮ ਮਨੁੱਖਾਂ ਦੀ, ਜੋ ਅਨਪੜ੍ਹ ਕਹਿ ਲਈਏ, ਉਹਨਾਂ ਮਨੁੱਖਾਂ ਦੀ ਇਹ ਰਵਾਇਤ ਸੀ ਕਿ ਧਰਤੀ ਨੂੰ ਇੱਕ ਬਲਦ ਨੇ ਚੁੱਕਿਆ ਹੋਇਆ। ਜੇ ਉਹ ਸੋਚਦੇ ਆ ਕਿ ਬਲਦ ਕਿੰਨਾ ਕੁ ਵੱਡਾ ਹੋਵੇਗਾ, ਉਸ ਬਲਦ ਦੇ ਸਿੰਗ ਕਿੰਨੇ ਵੱਡੇ ਹੋਣਗੇ ਜਿਨ੍ਹਾਂ ਸਿੰਗਾਂ ਦੇ ਉੱਪਰ ਧਰਤੀ ਨੂੰ ਚੁੱਕਿਆ ਹੋਇਆ। ਕਈ ਕਹਿਣ ਲੱਗੇ ਬਲਦ ਨੇ ਨਹੀਂ ਚੁੱਕਿਆ, ਧਰਤੀ ਨੂੰ ਸ਼ੇਸ਼ ਨਾਗ ਨੇ ਇੱਕ ਫਨ ਦੇ ਉੱਪਰ ਉਠਾਇਆ ਹੋਇਆ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ ਧੌਲ ਧਰਮ ਦਇਆ ਕਾ ਪੂਤ। ਬਲਦ ਮੈਂ ਵੀ ਮੰਨਦਾ ਹਾਂ, ਪਰ ਉਹ ਬਲਦ ਨਹੀਂ ਮੰਨਦਾ ਜਿਹੜਾ ਬਲਦ ਤੁਸੀਂ ਮੰਨਦੇ ਹੋ। ਪਰਮਾਤਮਾ ਦੀ ਦਇਆ ਤੋਂ ਇੱਕ ਧਰਮ ਰੂਪੀ ਬਲਦ ਪੈਦਾ ਹੋਇਆ ਸੀ। ਉਸੇ ਧਰਮ ਨੇ, ਉਸੇ ਕਾਨੂੰਨ ਨੇ, ਉਸੇ ਮਰਿਆਦਾ ਨੇ ਇਸ ਧਰਤੀ ਨੂੰ ਟਿਕਾਇਆ ਹੋਇਆ, ਚੁੱਕਿਆ ਹੋਇਆ।
ਧੌਲ ਧਰਮ, ਧੌਲ ਦਾ ਅਰਥ ਬਲਦ, ਧੌਲ ਦਾ ਅਰਥ ਵੈਸੇ ਚਿੱਟਾ ਵੀ ਹੁੰਦਾ ਹੈ, ਸਫੇਦ ਵੀ ਹੁੰਦਾ ਹੈ। ਧੌਲ ਧਰਮ ਦਇਆ ਕਾ ਪੂਤ, ਪਰਮਾਤਮਾ ਦੀ ਦਇਆ ਦਾ ਇਹ ਪੁੱਤਰ ਹੈ। ਸੰਤੋਖ ਥਾਪ ਰੱਖਿਆ ਜਿਨ ਸੂਤ, ਉਸ ਪਰਮਾਤਮਾ ਨੇ ਸ੍ਰਿਸ਼ਟੀ ਦੇ ਵਿੱਚ ਬਾਅਦ ਵਿੱਚ ਸੰਤੋਖ ਦੀ ਰਚਨਾ ਕੀਤੀ ਤੇ ਸੰਤੋਖ ਦੇ ਸੂਤਰ ਦੇ ਨਾਲ, ਸੂਤਰ ਆਪ ਜੀ ਸਮਝਦੇ ਹੋ, ਰਾਜ ਮਿਸਤਰੀਆਂ ਦੇ ਕੋਲ ਇੱਕ ਧਾਗਾ ਹੁੰਦਾ ਹੈ ਤੇ ਉਸ ਧਾਗੇ ਨੂੰ ਸੂਤਰ ਆਖਿਆ ਜਾਂਦਾ ਹੈ। ਉਸ ਸੂਤਰ ਦੇ ਨਾਲ ਉਹ ਦੀਵਾਰ ਸਿੱਧੀ ਬਣਾਉਂਦੇ ਨੇ। ਮਹਾਰਾਜ ਕਹਿੰਦੇ ਨੇ ਕਿ ਉਸ ਪਰਮਾਤਮਾ ਨੇ ਇੱਕ ਸੰਤੋਖ ਪੈਦਾ ਕੀਤਾ ਹੈ ਤੇ ਇਵੇਂ ਲੱਗਦਾ ਹੈ ਜਿਵੇਂ ਸੰਤੋਖ ਨੂੰ ਪੈਦਾ ਕਰਕੇ ਸਾਰੀ ਸ੍ਰਿਸ਼ਟੀ ਨੂੰ ਮਰਿਆਦਾ ਦੇ ਵਿੱਚ, ਤਰਤੀਬ ਦੇ ਵਿੱਚ ਕਾਇਮ ਕਰ ਦਿੱਤਾ ਹੋਵੇ। ਸੰਤੋਖ ਥਾਪ ਰੱਖਿਆ ਜਿਨ ਸੂਤ, ਜੇ ਕੋ ਬੁੱਝੈ ਹੋਵੈ ਸਚਿਆਰ। ਜੇ ਕੋਈ ਇਸ ਗੱਲ ਨੂੰ ਸਮਝ ਲਵੇ, ਜਾਣ ਲਵੇ ਤਾਂ ਉਹ ਸੱਚ ਦੇ ਪ੍ਰਕਾਸ਼ ਹੋਣ ਯੋਗ ਹੋ ਜਾਂਦਾ ਹੈ। ਜੇ ਕੋ ਬੁੱਝੈ ਹੋਵੈ ਸਚਿਆਰ, ਧਵਲੈ ਉੱਪਰ ਕੀਤਾ ਭਾਰ। ਨਹੀਂ ਤਾਂ ਜੇ ਆਪਾਂ ਧਵਲ ਦੀ, ਬਲਦ ਦੀ ਗੱਲ ਕਰੀਏ ਤਾਂ ਕਿੰਨਾ ਕੁ ਭਾਰ ਉਹ ਚੁੱਕ ਸਕਦਾ, ਉਠਾ ਸਕਦਾ ਹੈ। ਧਵਲੈ ਉੱਪਰ ਕੀਤਾ ਭਾਰ, ਧਰਤੀ ਹੋਰ ਪਰੈ ਹੋਰ ਹੋਰ, ਤਿਸ ਤੇ ਭਾਰ ਤਲੈ ਕਵਣ ਜੋਰ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕਹਿੰਦੇ ਨੇ ਮੰਨਦੇ ਹੋ ਧਰਤੀ ਉੱਪਰ ਹੈ, ਬਲਦ ਥੱਲੇ ਹੈ, ਤੇ ਇਹ ਵੀ ਮੰਨਣਾ ਪਵੇਗਾ ਕਿ ਬਲਦ ਵੀ ਕਿਸੇ ਥਾਂ ਦੇ ਉੱਪਰ ਖਲੋਤਾ ਹੋਇਆ, ਥੱਲੇ ਵੀ ਕੋਈ ਧਰਤੀ ਹੋਵੇਗੀ। ਫਿਰ ਸਾਨੂੰ ਕਹਿਣਾ ਪਵੇਗਾ ਕਿ ਧਰਤੀ ਨੂੰ ਫਿਰ ਕਿਸੇ ਬਲਦ ਨੇ ਚੁੱਕਿਆ ਹੋਇਆ। ਇਸ ਤਰ੍ਹਾਂ ਸਿਲਸਿਲਾ ਚੱਲਦਾ ਹੀ ਰਹੇਗਾ, ਖਤਮ ਨਹੀਂ ਹੋਵੇਗਾ। ਫਿਰ ਕਿਸੇ ਨਾ ਕਿਸੇ ਥਾਂ ਦੇ ਉੱਪਰ ਜਾ ਕੇ ਸਾਨੂੰ ਰੁਕਣਾ ਪਵੇਗਾ। ਸਾਨੂੰ ਇਹ ਵਿਚਾਰ ਬੰਦ ਕਰਨੀ ਪਵੇਗੀ ਕਿ ਕਿਸੇ ਥਾਂ ਦੇ ਉੱਤੇ ਬਲਦ ਖਲੋ ਗਿਆ ਜਾਂ ਧਰਤੀ ਖਲੋ ਗਈ, ਇਸ ਨਾਲੋਂ ਤਾਂ ਪਹਿਲਾਂ ਹੀ ਚੰਗਾ ਹੈ ਕਿ ਮੰਨ ਲਈਏ ਧਰਤੀ ਨੂੰ ਕਿਸੇ ਬਲਦ ਨੇ ਨਹੀਂ ਉਠਾਇਆ, ਕਿਸੇ ਸ਼ੇਸ਼ਨਾਗ ਨੇ ਨਹੀਂ ਉਠਾਇਆ। ਪਰਮਾਤਮਾ ਦਾ ਇੱਕ ਕਾਨੂੰਨ ਹੈ, ਇੱਕ ਮਰਿਆਦਾ ਹੈ ਜਿਸ ਨੇ ਧਰਤੀ ਨੂੰ ਥੰਮੀ ਦਿੱਤੀ ਹੋਈ ਹੈ, ਆਸਰਾ ਦਿੱਤਾ, ਆਧਾਰ ਦਿੱਤਾ ਹੈ। ਤੇ ਇੱਥੇ ਬਾਬਾ ਜੀ ਕਹਿੰਦੇ ਨੇ ਆਪੀਨਾ ਆਪ ਸਾਜਿਓ, ਆਪੇ ਹੀ ਥੰਮ ਖਲੋਆ। ਉਸ ਪਰਮਾਤਮਾ ਨੇ ਆਪ ਹੀ ਗੁਰੂ ਦੇ ਰੂਪ ਦੇ ਵਿੱਚ ਕਹਿ ਲਈਏ ਜਾਂ ਕਾਨੂੰਨ ਦੇ ਰੂਪ ਵਿੱਚ, ਧਰਮ ਦੇ ਰੂਪ ਦੇ ਵਿੱਚ ਥੰਮ ਪੈਦਾ ਕੀਤਾ ਹੈ, ਆਧਾਰ ਪੈਦਾ ਕੀਤਾ ਹੈ। ਆਪੇ ਪੱਟੀ ਕਲਮ ਆਪ ਲਿਖਣਹਾਰਾ ਹੋਆ। ਆਪਾਂ ਆਮ ਤੌਰ ਤੇ ਜਦੋਂ ਕਰਮਾਂ ਦੀ, ਕਿਸਮਤ ਦੀ ਗੱਲ ਚੱਲਦੀ ਹੈ, ਲੇਖੇ ਜੋਖੇ ਦੀ ਗੱਲ ਚੱਲਦੀ ਹੈ ਤੇ ਚਿੱਤਰਗੁਪਤ ਦਾ ਨਾਮ ਲੈਂਦੇ ਆ ਕਿ ਦੋ ਇਸ ਤਰ੍ਹਾਂ ਦੇ ਦੇਵਤੇ ਨੇ, ਇੱਕ ਚਿੱਤਰ ਹੈ, ਇੱਕ ਗੁਪਤ ਹੈ। ਇਹ ਜੋ ਸਾਡਾ ਜੀਵਨ ਹੈ, ਇਸ ਨੂੰ ਲਿਖਣ ਵਾਲਾ ਇੱਕ ਚਿੱਤਰ ਹੈ ਜੋ ਸੁਚੇਤ ਪੁਣੇ ਦੇ ਵਿੱਚ ਲਿਖਦਾ ਹੈ, ਤੇ ਗੁਪਤ ਆਪਾਂ ਉਸ ਨੂੰ ਆਖਦੇ ਹਾਂ ਜੋ ਭਵਿੱਖ ਬਾਰੇ ਲਿਖਦਾ ਹੈ, ਆਉਣ ਵਾਲੇ ਟਾਈਮ ਬਾਰੇ, ਸਮੇਂ ਦੇ ਬਾਰੇ ਲਿਖਦਾ ਹੈ ਕਿ ਇਸ ਦੀ ਕਿਸਮਤ ਕਿਵੇਂ ਦੀ ਹੋਵੇਗੀ, ਫਿਊਚਰ ਭਵਿੱਖ ਕਿਵੇਂ ਦਾ ਹੋਵੇਗਾ। ਆਪਾਂ ਗੁਪਤ ਦਾ ਨਾਮ ਦੇ ਦਿੰਦੇ ਹਾਂ, ਪਰ ਅਸਲ ਦੇ ਚਿੱਤਰਗੁਪਤ ਕੋਈ ਵੱਖਰੇ ਦੇਵਤੇ ਨਹੀਂ। ਥੋੜਾ ਜਿਹਾ ਸਮਝੋ ਚਿੱਤਰਗੁਪਤ ਦਾ ਅਰਥ ਕੀ ਹੈ। ਚਿੱਤਰ ਦਾ ਅਰਥ ਹੈ ਜੋ ਸਾਡੇ ਸਾਹਮਣੇ ਹੈ, ਅੱਖਾਂ ਦੇ ਨਾਲ ਵੇਖਦੇ ਹਾਂ, ਆਪਾਂ ਕੰਨਾਂ ਦੇ ਨਾਲ ਸੁਣਦੇ ਹਾਂ, ਇਹ ਸੁਚੇਤ ਪੁਣੇ ਦੇ ਵਿੱਚ ਦੇਖਦੇ ਹਾਂ, ਸੁਣਦੇ ਹਾਂ, ਚੱਲਦੇ ਹਾਂ, ਫਿਰਦੇ ਹਾਂ, ਖਾਂਦੇ ਹਾਂ। ਇਹ ਸਾਡਾ ਚਿੱਤਰ ਹੈ ਤੇ ਪਰਮਾਤਮਾ ਇਸ ਨੂੰ ਵੀ ਵੇਖਣ ਵਾਲਾ ਹੈ। ਗੁਪਤ ਦਾ ਅਰਥ ਹੈ ਜਦੋਂ ਆਪਾਂ ਕੋਈ ਲੁਕ ਕੇ, ਗੁਪਤ ਹੋ ਕੇ ਕਾਰਜ ਕਰਦੇ ਹਾਂ, ਭਾਵੇਂ ਨੀਂਦ ਦੇ ਵਿੱਚ ਹੋਈਏ, ਉਦੋਂ ਵੀ ਗੁਪਤ ਰੂਪ ਦੇ ਵਿੱਚ ਫੁਰਨੇ ਚੱਲਦੇ ਹੀ ਰਹਿੰਦੇ ਨੇ। ਤੇ ਮਹਾਰਾਜ ਕਹਿੰਦੇ ਨੇ ਚਿੱਤਰ ਗੁਪਤ ਉਹ ਪਰਮਾਤਮਾ ਹੈ ਜੋ ਤੇਰੇ ਸਾਰੇ ਖਿਆਲਾਂ ਬਾਰੇ, ਵਿਚਾਰਾਂ ਦੇ ਬਾਰੇ, ਘਟਨਾਵਾਂ ਦੇ ਬਾਰੇ ਜਾਣਦਾ ਹੈ। ਇੱਥੇ ਬਾਬਾ ਜੀ ਕਹਿੰਦੇ ਨੇ ਆਪੇ ਪੱਟੀ ਕਲਮ ਆਪ। ਪੱਟੀ ਦਾ ਅਰਥ ਹੁੰਦਾ ਫੱਟੀ, ਲੱਕੜ ਦੀ ਫੱਟੀ ਹੁੰਦੀ ਸੀ ਕਿ ਉਸ ਫੱਟੀ ਦੇ ਉੱਪਰ ਪਹਿਲਾਂ ਅੱਖਰ ਲਿਖੇ ਜਾਂਦੇ ਸੀ। ਅੱਖਰ ਲਿਖਣ ਤੋਂ ਪਹਿਲਾਂ ਪੂਰਨੇ ਪਾਏ ਜਾਂਦੇ ਸਨ, ਖੱਤੀ ਪੈਨਸਲ ਦੇ ਨਾਲ ਪੂਰਨੇ ਪਾਏ ਜਾਂਦੇ ਸਨ ਤੇ ਫਿਰ ਵਿਦਿਆਰਥੀ, ਸਟੂਡੈਂਟ ਉਸ ਉੱਪਰ ਅੱਖਰ ਲਿਖਦੇ ਸਨ। ਪੱਟੀ ਦਾ ਜ਼ਿਕਰ ਭਗਤ ਪ੍ਰਹਿਲਾਦ ਜੀ ਦੇ ਸ਼ਬਦ ਦੇ ਵਿੱਚ ਵੀ ਜ਼ਿਕਰ ਆਇਆ। ਉਹ ਕਹਿੰਦੇ ਨੇ ਮੇਰੀ ਪੱਟੀਆ ਲਿਖ ਦਿਓ ਸ਼੍ਰੀ ਗੋਪਾਲ। ਮੈਂ ਆਪਣੀ ਪੱਟੀ ਦੇ ਉੱਪਰ ਕੋਈ ਅੱਖਰ ਨਹੀਂ ਲਿਖਾਉਣਾ, ਜੇ ਅੱਖਰ ਲਿਖਣਾ ਤੇ ਇਹ ਪਾਂਦੇ ਮੇਰੇ ਉਸਤਾਦ ਗੋਪਾਲ ਲਿਖ, ਪਰਮਾਤਮਾ ਦਾ ਨਾਮ ਲਿਖ, ਮੈਂ ਤੇਰੇ ਕੋਲੋਂ ਹੋਰ ਕੋਈ ਅੱਖਰ ਨਹੀਂ ਪੜ੍ਹਨਾ। ਕਿਉਂ? ਕਹਿੰਦੇ ਨੇ ਮੈਨੂੰ ਤਾਂ ਤੂੰ ਹੋਰ ਕੋਈ ਅੱਖਰ ਪੜ੍ਹਾਉਂਦਾ ਹੀ ਨਹੀਂ।
जे मैनू कोई पढ़ाउंदा है तो मेरे पिता के बारे पढ़ाई जाना है कि मेरा पिता हरणाकश सब तो वड्डा है, वो रब है, वो अकाल पुरख है, वो सर्व शक्तिमान है, सब तो वड्डा राजा वो है। मैनू तो यही सारी दिहाड़ी पढ़ाउंदा रहना, अज तो बाद मैं तेरे कोलों नहीं पढ़ना। मेरी पट्टी के उपर जे कुछ लिखना है तो गोपाल का नाम लिख, मैं उसनू पढ़ांगा। इतने महाराज कहते ने आपे पट्टी, वो फट्टी भी परमात्मा आप ही है। फट्टी बनी है रुख तो, फट्टी बनी है लकड़ तो, ते लकड़ दे विच भी तो परमात्मा आप ही वसदा है। कलम आप, वो परमात्मा आप ही कलम दे विच वस रहा है। आप लिखनहारा हुआ ते आप ही वो लिखारी बन के खुद लिखदा है। हजूर कहते ने सब उम्मत आवन जावनी, आपे ही नवा निरोआ। संखेप दे विच विचार कर रहे हाँ, उम्मत दा अर्थ इत्थे संगत नहीं करांगे। पहला उम्मत आया सी ते आपां उसदा अर्थ कीता सी संगत, पर इत्थे उम्मत दा अर्थ है संसार दे लोग, जिन्नी भी ये सृष्टि है। सब उम्मत आवन जावनी, पहला भब्बे नूं हो सकदा औंकड़ भी आया होवे, पर इत्थे औंकड़ नहीं आया। सब उम्मत आवन जावनी, ये जिन्नी भी सृष्टि है आउण जाण दे विच ही लगी हुई है। आपे ही नवा निरोआ। पर कोई ये कहे कि परमात्मा आप खुद पैदा करने वाला है, मारन वाला है, पालन वाला है, कि परमात्मा ही वख-वख थावां दे उत्ते जाके किसी नूं मारदा है, खत्म करदा है, पालदा है। महाराज कहंदे आपे ही नवा निरोआ। वो परमात्मा कदे बजुर्ग नहीं हुंदा, कदे जवानी विच नहीं आउंदा, वो परमात्मा किसी बालक की अवस्था दे विच भी नहीं आउंदा। ते हजूर कहंदे ने साहिब मेरा नीत नवा, सदा सदा दातार। जो उस परमात्मा नूं हर रोज़ वेखोगे ते नवे रंग विच, नवे रूप दे विच सानूं दिखाई देवेगा। रुखां दे विचों सुगंधी, रुखां दे विचों उत्साह, हर रोज़ सानूं वखरा अनुभव कराएगा, वक्री तरह का एहसास करवाएगा। महाराज कहते वही तो परमात्मा का नवा रूप है। आपे नवा निरोआ। परमात्मा सृष्टि दे विच वसदा है। तख्त बैठा अर्जन गुरु, सतगुरु का खिवै चंदोआ। उसे परमात्मा के तख्त के उपर जिहड़ा परमात्मा नवा ते निरोआ है, उस दे तख्त के उपर गुरु अर्जन साहब महाराज जी बैठ गए। सतगुरु का खिवै चंदोआ। खिवै दा अर्थ है रोशन होना, खिवै दा अर्थ है चमकना। चंदोआ आप जी समझते हो, जिहड़ा आपां धन गुरु ग्रंथ साहब महाराज के उपर लाउने आ, उसका नाम चंदोआ है, या चाननी भी आख्या जाता है। चंदोआ वैसे शानो शौकत का प्रतीक है। चंदोआ तेज प्रताप का प्रतीक है। जिस राजी का जिन्ना वड्डा छत्र होवेगा, चंदोआ होवेगा, ये अंदाज़ा लाया जाता है कि राजा बहुत वड्डा है, राजी की फौज बहुत ज़्यादा होगी। तो भगत नामदेव जी अपने शब्द के अंदर जिक्र करते ने, लोग कहते सन कि इस संसार के अंदर कौरव आए जो कि धृतराष्ट्र के पुत्र सी। कौरवां की गिणती बड़ी सी, 100 के करीब उन्होंने गिणती है। कहन लगे राज तो स्थापित कर लिया, चक्रवर्ती ते बन गए। छत्र उन्होंने 48 कोह दे विच फिरदा सी। इन्नी उन्होंने ज़्यादा सेना सी, फौज सी। इन्ना खलारा, इन्ना पसारा होने तो बावजूद भी वो सारे भरा मैदान दे विच खत्म हो गए, मर गए। उन्होंने सामभण वाला कोई नहीं, लाशां नूं चुकण वाला कोई नहीं, संस्कार करने वाला कोई नहीं। मेरी मेरी कैरों करते दुर्योधन से भाई, 12 जोजन छत्र चला था, देही गिरजन खाई। इत्थे मैं केवल छत्र दे वल आप जी का ध्यान दिवा रहा हाँ कि छत्र का चंदोए का अर्थ की है। चंदोए का अर्थ तेज प्रताप है, चंदोए का अर्थ वडियाई तो है। धन गुरु अर्जुन साहब महाराज जी की वडियाई, तेज प्रताप पूरे संसार दे विच फैल गया है। किन्ना क फैलिया होया। उग बनहु तै आख बनहु,
चौ चक्की कीयन लोहा। उगवणों का अर्थ है उगवण तो आथवणों। आथवणों का अर्थ है सूरज का डुबना, जदों सूरज अस्त होता है। ये दोनों कोनियां तो लैके सूरज जिथों आरंभ हो रहा ते जिथों अस्त हो रहा, इथों तक 4 कुंटां दे विच चारां पासियां दे विच गुरु अर्जन साहब महाराज जी का प्रताप फैलिया होया। आम तौर पर पहला ख्याल ये किया जाता सी कि जापान तो सूरज की आरंभता होती है, उतों सूरज उगता है, पर हौली हौली कह लग पे कि न्यूजीलैंड तो यह सूरज उगता। सब तो पहला सूरज दियां किरणां न्यूजीलैंड की धरती के उपर पैंदियां ने। एक गल आम तौर पर यह भी पहला कही जाती सी, जिस भारत वर्ष दे विच अंग्रेज़ां दा राज सी ते उन्हां दे राज दे विच कदे सूरज डुबदा नहीं सी। ते कई बार ये गल पकड़ दे विच नहीं सी आउंदी, इस तरह किवें हो सकदा है। एक देश है, एक देश दे विच सूरज चढ़दा है ते उस देश दे विच सूरज डुबदा भी है, हनेरा भी हुंदा है, दिन भी चढ़दा है, सूरज डुबदा क्यों नहीं सी। पर बाद दे विच गल पकड़ विच आई कि अंग्रेज़ां दा राज इन्ना ज़्यादा वड्डा सी, भारत वर्ष दे विच भी राज, इंग्लैंड दे विच भी राज, होर कई देशां दे विच भी राज सी। एक पासे तो सूरज चढ़दा सी ते दूजे पासे डुब जांदा सी, उत्थे भी उन्हां दा राज, दूजे पासे भी उन्हां दा ही राज होया करदा सी। पर धन गुरु अर्जन साहब महाराज जी तां पूरी सृष्टि दे विच समाए होए ने, उन्हां दा राज पूरे संसार दे विच है। उगवणों ते आथवणों, जिथों सूरज की आरंभता हो रही है तो जिथे वो अस्त हो रहा है, समाप्त हो रहा है। चौ चक्की कीयन लोहा। लोहा का अर्थ है प्रकाश, पर लो शब्द कई बार लोकां दे वास्ते, ग्रहां दे वास्ते भी आया। जप बाणी विच पढ़ांगे तिथे लो लो आकार, उत्ते 2 बार जिहड़ा लो लो शब्द आया उसदा अर्थ चानना नहीं, प्रकाश नहीं। उत्थे लो दा अर्थ है ग्रह, ते इत्थे बाबा जी कहते चौं चक्की। चौं दा अर्थ है 4, चक्की दा अर्थ है दिशावां। 4 दिशावां दे विच कीयन लोहा। गुरु अर्जन साहब महाराज जी ने रोशनी कर दी है कि गुरु अर्जन साहब महाराज जी दे कोल कोई वड्डा सूरज सी, जिस करके गुरु अर्जन साहब महाराज जी ने 4 दिशावां दे विच रोशनी कर दी। वो सूरज सी ज्ञान दा, वो सूरज सी परमात्मा दी नाम दा, सिੱਖਿਆ दा, जिस करके गुरु अर्जन साहब महाराज जी ने सारियां दिशावां दे विच चानना कीता। अगे बाबा जी कहते ने जिनी गुरु ना सेवियो मन मुखा पया मोहा। जिन्ना मनुखा ने गुरु अर्जन साहब महाराज को सेविया ने, याद नहीं किया, टहल नहीं कमाई, मन मुखा, उन्होंने मनमुख आख्या जाता है। मनमुख उसनूं आखदियां जिहड़ा मन दे पिछे चलदा होवे, जिसदा मुख, जिसदा मूँह अपने मन वाल ही होवे। आम तौर पर जिस पासे वाल साडा मूँह होवे, साडा चेहरा होवे, आपां आपदियां ध्यान इसदा उस पासे वाल है। महाराज कहते जिसदा मुख, जिसदा चेहरा अपने मन दे वाल ही है, उसनूं आपां मन मुख आखदे हां। पया मोआ इस तरह लगता है जिवें कि उसनूं मरी पै गई होवे, मौत आ गई होवे, वो अंदरों ही अंदरों खत्म हो गया होवे। दूनी चौनी करामात, सच्चे का सच्चा ढोआ। ये तो परमात्मा की एक बख्शिश है। गुरु साडे वास्ते एक सौगात है। ढोआ का अर्थ वख-वख विद्वानां ने अपने अनुसार किया है। प्रोफैसर साहब सिंह जी ने ढोआ का अर्थ किया सौगात। सौगात का अर्थ वैसे आप नैगेटिव सेंस दे विच लैंदे आ। जदों सौगात की गल चलती है तो कई बार कोई गुस्सा भी करता है, क्रोध भी करता है कि तू सौगात क्यों कह रहा। पर सौगात किसी चंगी वस्तु का नाम है। इत्थे बाबा जी कहते हैं गुरु एक साडे वास्ते सौगात है, ये परमात्मा ने सानू बख्शिश के रूप दे विच दित्ती हुई है। दूनी चौनी करामात, ये तो गुरु अर्जन साहब महाराज जी की करामात है, जो दिन दुगनी ते रात चौगनी करामात वधदी ही जा रही है। दूनी चौनी करामात, सच्चे का सच्चा ढोआ, चारे जागे चहों जुगी पंचायन आपे हुआ। 4 गुरु साहबान
गुरु नानक साहब जी तो लैके गुरु रामदास महाराज जी तक अपने अपने समय जागे हुए सन, माया तो निर्लेप सन, पंचायन आपे हुआ। ते उस परमात्मा ने आप ही उन्हां दे शरीरां दे विच अपने आपे नूं, अपनी जोत नूं टिकाया होया सी। इस पौड़ी दी विचार अज दे दीवान अंदर आपां सरवण कीती है। कल नूं फिर आपां इस दे केंद्री भाव नूं सरवण करके अगे भगतां दी बाणी दी विचार नूं आरंभ करन दा यतन करांगे। कल बाबा कबीर साहब जी के शब्द आरंभ हो रहे हैं। काया कलालन लाहन मेलो गुर का शब्द गुड़ कीन रे, तृष्णा काम क्रोध मद मत्सर काट काट कस दीन रे। इन्हां शब्दां दी विचार आपां आरंभ करन दा यतन करांगे। आप जी ने इस तरह अदब भावना दे नाल दीवाना विच हाज़री भरन दा यतन करना है। आप सब संगत तथा धन गुरु ग्रंथ साहिब महाराज जी का हार्दिक धन्नवाद। होईयां भुलां दी खिमा गुर फतेह स्वीकार करो जी। वाहिगुरु जी का खालसा, वाहिगुरु जी की फतेह।